ਵਾਹਿਗੁਰੂ ਸਾਹਿਬ ਜੀਓ। ਸ੍ਰੀ ਰਾਗ ਮਹੱਲਾ ਪਹਿਲਾ। ਜਪ ਤਪ ਸੰਜਮ ਸਾਧੀਐ, ਤੀਰਥ ਕੀਚੈ ਵਾਸ। ਪੁੰਨ ਦਾਨ ਚੰਗਿਆਈਆਂ, ਬਿਨ ਸਾਚੇ ਕਿਆ ਤਾਸ। ਜਪ ਤਪ ਸੰਜਮ ਸਾਧੀਐ, ਤੀਰਥ ਕੀਚੈ ਵਾਸ। ਪੁੰਨ ਦਾਨ ਚੰਗਿਆਈਆਂ, ਬਿਨ ਸਾਚੇ ਕਿਆ ਤਾਸ। ਜਿਹਾ ਰਾਧੈ ਤੇਹਾ ਲੁਣੈ, ਬਿਨ ਗੁਣ ਜਨਮ ਵਿਨਾਸ਼। ਮੁੰਧੇ ਗੁਣ ਦਾਸੀ ਸੁਖ ਹੋਏ, ਅਵਗਣ ਤਿਆਗ ਸਮਾਈਐ। ਗੁਰਮਤਿ ਪੂਰਾ ਸੋਏ ਰਹਾਉ। ਸ੍ਰੀ ਰਾਗ ਮਹੱਲਾ ਪਹਿਲਾ। ਜਪ ਤਪ ਸੰਜਮ ਸਾਧੀਐ, ਤੀਰਥ ਕੀਚੈ ਵਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਿਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਜਿੱਥੇ ਸਾਨੂੰ ਭੁੱਲਿਆਂ ਭਟਕਿਆਂ ਨੂੰ ਗੁਰਮਤਿ ਦਾ ਗਾਡੀ ਰਾਹ ਬਖਸ਼ਿਸ਼ ਕੀਤਾ, ਉੱਥੇ ਹਮੇਸ਼ਾ ਲਈ ਸਰਬੱਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਵੀ ਉਚਾਰਨ ਕੀਤੀ। ਇਸ ਪਾਵਨ ਬਾਣੀ ਦੀ ਲੜੀਵਾਰ ਕਥਾ ਆਪ ਸੰਗਤਾਂ ਸਰਵਣ ਕਰ ਰਹੇ ਹੋ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਚਰਨਾਂ ਦੇ ਵਿੱਚ ਜਗਿਆਸੂਆਂ ਨੇ ਬੇਨਤੀ ਕੀਤੀ, ਐ ਗਰੀਬਨ ਨਵਾਜ ਸਤਿਗੁਰੂ ਜੀਓ, ਸਾਨੂੰ ਇਹ ਦੱਸੋ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਪਾਵਨ ਗੁਰ ਸ਼ਬਦ ਦੇ ਅੰਦਰ ਇਸ ਜੀਵ ਨੂੰ ਇੱਕ ਇਸਤਰੀ ਦੇ ਰੂਪਕ ਦੇ ਵਿੱਚ ਵਰਣਨ ਕੀਤਾ ਹੈ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਪਤੀ ਰੂਪ ਦੇ ਵਿੱਚ ਵਰਣਨ ਕੀਤਾ ਹੈ। ਸਤਿਗੁਰੂ ਨੂੰ ਦਰਗਾਹੀ ਬਸੀਠ ਦੱਸ ਕੇ ਗੁਰੂ ਦੀ ਮੱਤ ਨੂੰ ਧਾਰਨ ਕਰਨ ਦਾ ਉਪਦੇਸ਼ ਬਖਸ਼ਿਸ਼ ਕੀਤਾ ਹੈ। ਰਹਾਉ ਦੀਆਂ ਪੰਕਤੀਆਂ ਅੰਦਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਮੁੰਦੇ ਗੁਣ ਦਾਸੀ ਸੁਖ ਹੋਏ,
ਅਵਗਣ ਤਿਆਗ ਸਮਾਈਐ ਗੁਰਮਤਿ ਪੂਰਾ ਸੋਏ। ਰਹਾਉ। ਇਹਨਾਂ ਸਿਧਾਂਤਰੂ ਪੰਕਤੀਆਂ ਅੰਦਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀਵ ਨੂੰ ਅਗਿਆਤ ਜੋਬਨ ਵਾਲੀ ਇਸਤਰੀ ਦੱਸ ਕੇ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਮੁੰਦੇ ਗੁਣ ਦਾਸੀ ਸੁਖ ਹੋਏ। ਐ ਜੋਬਨ ਮਤੀਏ, ਜੇ ਤੂੰ ਪਤੀ ਦੇ ਸੁਹਾਗ ਦਾ ਸੁਖ ਪ੍ਰਾਪਤ ਕਰਨਾ ਲੋੜਦੀ ਹੈ, ਫਿਰ ਦੈਵੀ ਗੁਣਾਂ ਨੂੰ ਧਾਰਨ ਕਰ। ਜਦੋਂ ਤੂੰ ਗੁਣ ਦਾਸੀ ਗੁਣਾਂ ਦੀ ਦਾਸੀ ਬਣ ਜਾਵੇਂਗੀ, ਭਾਵ ਦਾਸਾਂ ਵਾਲੇ ਸਾਰੇ ਹੀ ਗੁਣਾਂ ਨੂੰ ਧਾਰਨ ਕਰ ਲਵੇਂਗੀ, ਸੁਖ ਹੋਏ ਫੇਰ ਹੀ ਤੈਨੂੰ ਅਸਲੀ ਸੁਖ ਪ੍ਰਾਪਤ ਹੋ ਸਕਦਾ ਹੈ। ਵਾਹਿਗੁਰੂ ਦੀ ਪ੍ਰਾਪਤੀ ਦੇ ਕੁਝ ਗੁਣ ਹਨ। ਪੈਕੀਆਂ ਦੇਹ ਸਿਲਾਈਆ ਨੈਣੀ, ਭਾਵੁਕਾ ਕਰਸੀ ਗਾਰੋ, ਤਾਂ ਸੁਹਾਗਨ ਜਾਣੀਐ ਲਾਗੀ, ਜਾਂ ਸਹੁ ਧਰੇ ਪਿਆਰੋ। ਭੈ ਤੇ ਭਾਉ, ਇਹ ਐਸੇ ਗੁਣ ਹਨ ਜਿਨ੍ਹਾਂ ਦੇ ਨਾਲ ਵਾਹਿਗੁਰੂ ਦੀ ਪ੍ਰਾਪਤੀ ਹੋ ਸਕਦੀ ਹੈ। ਇੱਕ ਥਾਂ ਤੇ ਸਤਿਗੁਰੂ ਨੇ ਹੋਰ ਵੀ ਉਹਨਾਂ ਗੁਣਾਂ ਦਾ ਜ਼ਿਕਰ ਕੀਤਾ ਹੈ। ਨਿਵਣ ਸੋ ਅੱਖਰ ਖਾਵਨ ਗੁਣ ਜੀਵਾ ਮਣੀਆਂ ਮੰਤ, ਇਹ ਤ੍ਰੈ ਭੈਣੇ ਵੇਸਕਾਰ ਤਾਂ ਵਸ ਆਵੀ ਕੰਤ। ਨਿਮਰਤਾ, ਸਹਿਨਸ਼ੀਲਤਾ, ਮਿੱਠੇ ਬੋਲ ਬੋਲਣੇ, ਇਹ ਐਸੇ ਗੁਣ ਹਨ ਜਿਨ੍ਹਾਂ ਦੁਆਰਾ ਪਰਮੇਸ਼ਰ ਪਤੀ ਵੀ ਵਸ ਹੋ ਜਾਂਦਾ ਹੈ। ਹਜ਼ੂਰ ਫਰਮਾਉਂਦੇ ਨੇ, ਮੁੰਦੇ ਗੁਣ ਦਾਸੀ ਸੁਖ ਹੋਏ। ਐ ਜੋਬਨ ਮਤੀਏ, ਜੇ ਤੂੰ ਚਾਹੁੰਦੀ ਹੈ ਮੈਨੂੰ ਵਾਹਿਗੁਰੂ ਦਾ ਸੁਖ ਹੋਵੇ, ਸੁਹਾਗ ਦਾ ਸੁਖ ਪ੍ਰਾਪਤ ਹੋ ਜਾਵੇ, ਫੇਰ ਗੁਣ ਦਾਸੀ ਗੁਣਾਂ ਦੀ ਦਾਸੀ ਬਣ, ਅਥਵਾ ਦਾਸੀ ਵਾਲੇ ਸਾਰੇ ਗੁਣਾਂ ਨੂੰ ਧਾਰਨ ਕਰ। ਅਵਗਣ ਤਿਆਗ ਸਮਾਈਐ ਗੁਰਮਤਿ ਪੂਰਾ ਸੋਏ। ਜਿਹੜੇ ਤੇਰੇ ਵਿੱਚ ਔਗਣ ਹਨ ਉਹਨਾਂ ਨੂੰ ਛੱਡ, ਚੰਗੇ ਗੁਣਾਂ ਨੂੰ ਧਾਰਨ ਕਰ। ਔਗਣਾਂ ਨੂੰ ਛੱਡ ਕੇ ਚੰਗੇ ਗੁਣਾਂ ਨੂੰ ਧਾਰਨ ਕਰਕੇ ਸਮਾਈਐ, ਉਸ ਪਤੀ ਦੇ ਪਿਆਰ ਦੇ ਵਿੱਚ ਲੀਨ ਹੋਇਆ ਜਾਂਦਾ ਹੈ। ਪਰ ਨਾਲ ਇਹ ਵੀ ਯਾਦ ਰੱਖ, ਗੁਰਮਤਿ ਪੂਰਾ ਸੋਏ। ਗੁਰੂ ਦੀ ਮਤ ਨੂੰ ਧਾਰਨ ਕਰਕੇ ਹੀ ਪੂਰਾ ਸੋਏ। ਉਹ ਪੂਰਨ ਪਤੀ ਪਰਮੇਸ਼ਰ ਵਸ ਹੁੰਦਾ ਹੈ। ਸਭ ਤੋਂ ਪਹਿਲਾਂ ਗੁਰੂ ਦੀ ਮਤ ਹੈ। ਗੁਰ ਕੀ ਮਤ ਤੂੰ ਲੇਹ ਇਆਨੇ, ਭਗਤ ਬਿਨਾ ਬਹੁ ਡੂਬੇ ਸਿਆਨੇ। ਗੁਰੂ ਦੀ ਮਤ ਨੂੰ ਧਾਰਨ ਤਾਂ ਹੀ ਕੀਤਾ ਜਾ ਸਕਦਾ ਹੈ ਜੇ ਅਸੀਂ ਮਨ ਦੀ ਮਤ ਨੂੰ ਛੱਡਣ ਲਈ ਤਿਆਰ ਹੋਵਾਂਗੇ। ਪਰ ਹਜ਼ੂਰ ਨੇ ਇਹ ਵੀ ਗੱਲ ਸਪਸ਼ਟ ਕਰ ਦਿੱਤੀ, ਮਨ ਕੀ ਮਤ ਤਿਆਗਹੁ ਹਰਜਨ, ਇਹਾ ਬਾਤ ਕਠੈਨੀ। ਮਨ ਦੀ ਮਤ ਨੂੰ ਛੱਡਣਾ ਬਹੁਤ ਔਖੀ ਗੱਲ ਹੈ, ਕਿਉਂਕਿ ਮਨ ਦਾ ਸੁਭਾਵ ਹੈ ਮਨ ਲੋਚੈ ਬੁਰਾਈਆਂ। ਗੁਰ ਸ਼ਬਦੀ ਇਹ ਮਨ ਹੋੜੀ ਹੈ। ਮਨ ਤੇ ਹਮੇਸ਼ਾ ਲਈ ਮਾੜੇ ਪਾਸੇ ਹੀ ਦੌੜਦਾ ਹੈ, ਵਿਸ਼ਿਆਂ ਵੱਲ, ਵਿਕਾਰਾਂ ਵੱਲ। ਅਸੀਂ ਗੁਰੂ ਕੇ ਸ਼ਬਦਾਂ ਦੁਆਰਾ ਮਨ ਨੂੰ ਮੋੜ ਸਕਦੇ ਹਾਂ। ਹਜ਼ੂਰ ਕਹਿੰਦੇ, ਮਨ ਦੀ ਮਤ ਨੂੰ ਛੱਡ ਕੇ ਹੀ ਗੁਰੂ ਦੀ ਮਤ ਨੂੰ ਧਾਰਨ ਕੀਤਾ ਜਾ ਸਕਦਾ ਹੈ। ਜਦੋਂ ਕੋਈ ਵੀ ਜੀਵ ਰੂਪ ਇਸਤਰੀ ਗੁਰੂ ਦੀ ਮਤ ਨੂੰ ਧਾਰਨ ਕਰ ਲਵੇ ਤੇ ਫਿਰ ਉਸ ਨੂੰ ਉਹ ਪੂਰਾ ਪਤੀ ਪਰਮੇਸ਼ਰ ਪ੍ਰਾਪਤ ਹੁੰਦਾ ਹੈ। ਕਿ ਮਹਾਰਾਜ ਇਸ ਤੋਂ ਬਿਨਾਂ ਜਿਹੜੇ ਹੋਰ ਸਾਧਨ ਨੇ ਉਹਨਾਂ ਦੁਆਰਾ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੋ ਸਕਦੀ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਬਿਨਾਂ ਸੱਚੇ ਨਾਮ ਤੋਂ ਬਾਕੀ ਹੋਰ ਸਾਰੇ ਸਾਧਨਾਂ ਨੂੰ ਅਸਫਲ ਬਿਆਨ ਕਰ ਰਹੇ ਹਨ।
ਆਪ ਸੰਗਤਾਂ ਪ੍ਰੇਮ ਦੇ ਨਾਲ ਸ਼ਬਦ ਦੀ ਵਿਚਾਰ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ੍ਰੀ ਰਾਗ ਮਹੱਲਾ ਪਹਿਲਾ। ਜਪ ਤਪ ਸੰਜਮ ਸਾਧੀਐ, ਤੀਰਥ ਕੀਚੈ ਵਾਸ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਇਸ ਜੀਵ ਰੂਪ ਇਸਤਰੀ ਨੂੰ, ਜਿਗਿਆਸੂ ਨੂੰ ਸੰਬੋਧਨ ਕਰਕੇ ਜਪ ਤਪ ਸੰਜਮ ਸਾਧੀਐ। ਬਹੁਤ ਸਾਰੇ ਲੋਕ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਮਿਲਣ ਵਾਸਤੇ ਜਪ ਕਰਦੇ ਹਨ, ਤਪ ਕਰਦੇ ਹਨ, ਸੰਜਮ ਹੋਰ ਵਰਤ ਨੇਮ ਸਾਧਨ ਕਰਦੇ ਹਨ, ਔਰ ਇਹਦੇ ਨਾਲ ਪਹਿਲਾਂ ਆਪਣੇ ਤਨ ਨੂੰ ਸਾਧਦੇ ਹਨ, ਫਿਰ ਮਨ ਨੂੰ ਸਾਧਨ ਦਾ ਵੀ ਯਤਨ ਕਰਦੇ ਹਨ। ਇਸ ਦੇ ਨਾਲ ਨਾਲ ਇੱਕ ਹੋਰ ਸਾਧਨ ਵੀ ਹੈ, ਤੀਰਥ ਕੀਚੈ ਵਾਸ। ਰੱਬ ਨੂੰ ਮਿਲਣ ਵਾਸਤੇ ਕਈ ਲੋਕ ਤੀਰਥਾਂ ਤੇ ਜਾ ਕੇ ਵੀ ਨਿਵਾਸ ਕਰਦੇ ਨੇ, ਕਿਉਂਕਿ ਲੋਕਾਂ ਦੀ ਇਹ ਵੀ ਇੱਕ ਧਾਰਨਾ ਬਣੀ ਹੋਈ ਹੈ, ਜਿਹੜੇ ਤੀਰਥ ਨੇ ਔਰ ਉੱਥੇ ਜਾ ਕੇ ਪਾਪ ਨਾਸ਼ ਹੋ ਜਾਂਦੇ ਹਨ। ਜਦੋਂ ਪਾਪ ਨਾਸ਼ ਹੋ ਜਾਣ ਤੇ ਅਸੀਂ ਵਾਹਿਗੁਰੂ ਪਰਮੇਸ਼ਰ ਨੂੰ ਮਿਲ ਸਕਦੇ ਹਾਂ। ਇਸੇ ਲਈ ਬਹੁਤ ਸਾਰੇ ਲੋਕ ਤੀਰਥਾਂ ਤੇ ਜਾ ਕੇ ਵੀ ਨਿਵਾਸ ਕਰਦੇ ਸਨ। ਤੁਸੀਂ ਹਿੰਦੁਸਤਾਨ ਦੇ ਅੰਦਰ ਰਿਸ਼ੀਕੇਸ਼ ਚਲੇ ਜਾਓ, ਹਰਿਦੁਆਰ ਚਲੇ ਜਾਓ, ਕਾਂਸ਼ੀ ਬਨਾਰਸ ਚਲੇ ਜਾਓ, ਹੋਰ ਕਈ ਐਸੇ ਤੀਰਥ ਨੇ, ਚਲੇ ਜਾਓ ਜਿੱਥੇ ਬੇਅੰਤ ਲੋਕ ਰਹਿੰਦੇ ਨੇ। ਉਹਨਾਂ ਦਾ ਇਹ ਖਿਆਲ ਹੈ ਬਈ ਉੱਥੇ ਜਾ ਕੇ ਸਾਨੂੰ ਮੁਕਤੀ ਮਿਲ ਸਕਦੀ ਹੈ, ਵਾਹਿਗੁਰੂ ਦੀ ਪ੍ਰਾਪਤੀ ਹੋ ਸਕਦੀ ਹੈ। ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਚਾਹੇ ਕਿੰਨੇ ਜਾਪ, ਕਿੰਨੇ ਤਾਪ, ਕਿੰਨੇ ਸੰਜਮ ਵੀ ਕਰ ਲਈਏ ਤੇ ਨਾਲ ਦੀ ਨਾਲ ਤੀਰਥਾਂ ਤੇ ਵੀ ਨਿਵਾਸ ਕਰ ਲਈਏ। ਪੁੰਨ ਦਾਨ ਚੰਗਿਆਈਆ, ਬਿਨ ਸਾਚੇ ਕਿਆ ਤਾਸ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਚਾਹੇ ਕਿੰਨੇ ਵੀ ਪੁੰਨ ਦਾਨ ਵੀ ਕਰ ਲਈਏ, ਪੁੰਨ ਕਿਸੇ ਪੁਰਬ ਦੇ ਸਮੇਂ ਜਿਹੜਾ ਕੀਤਾ ਜਾਵੇ ਤੇ ਦਾਨ ਜਿਹੜਾ ਸਾਧਾਰਨ ਸਮੇਂ ਦੇ ਵਿੱਚ, ਚੰਗਿਆਈਆਂ ਹੋਰ ਵੀ ਲੋਕ ਭਲਾਈਆਂ ਦੇ ਕਿੰਨੇ ਵੀ ਕੰਮ ਕਰ ਲਈਏ, ਪਰ ਹਜ਼ੂਰ ਕਹਿੰਦੇ ਬਿਨ ਸਾਚੇ ਕਿਆ ਤਾਸ। ਬਿਨਾਂ ਸੱਚੇ ਨਾਮ ਤੋਂ, ਬਿਨਾਂ ਸੱਚੇ ਪ੍ਰੇਮ ਤੋਂ ਉਸ ਨੂੰ ਤਾਸ ਦਾ ਪੜਨਾਵੀ ਸ਼ਬਦ ਹੈ, ਉਸ ਨੂੰ ਕੀ ਪ੍ਰਾਪਤ ਹੋ ਸਕਦਾ ਹੈ। ਭਾਵ ਹੋਰ ਸਾਧਨ ਜਿੰਨੇ ਵੀ ਮਰਜ਼ੀ ਕਰ ਲਈਏ, ਪਰ ਸੱਚੇ ਨਾਮ ਤੋਂ ਬਿਨਾਂ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੋ ਸਕਦੀ। ਜੇ ਹਾਰਾਧੈ ਤੇ ਹਾਲੁਣੇ, ਬਿਨ ਗੁਣ ਜਨਮ ਵਿਨਾਸ਼। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜੀਵ ਰੂਪ ਇਸਤਰੀ ਜਿਹਾ ਰਾਧੇ, ਰਾਧੇ ਦਾ ਅਰਥ ਹੁੰਦਾ ਬੀਜਣਾ, ਜਿਹੋ ਜਿਹਾ ਇਹ ਕਰਮਾਂ ਦਾ ਬੀਜ ਬੀਜਦੀ ਹੈ, ਤੀਹਾ ਲੂਣਾ ਉਹੋ ਜਿਹਾ ਫਲ ਕੱਟ ਲੈਂਦੀ ਹੈ। ਪਰ ਯਾਦ ਰੱਖੋ, ਬਿਨ ਗੁਣ ਜਨਮ ਵਿਨਾਸ਼। ਬਿਨਾਂ ਸ੍ਰੇਸ਼ਟ ਗੁਣਾਂ ਤੋਂ, ਬਿਨਾਂ ਪ੍ਰੇਮਾ ਭਗਤੀ ਆਦਿ ਗੁਣਾਂ ਤੋਂ ਇਸ ਦਾ ਜਨਮ ਵਿਨਾਸ਼, ਨਾਸ਼ ਹੋ ਜਾਂਦਾ ਹੈ, ਬਰਬਾਦ ਹੋ ਕੇ ਰਹਿ ਜਾਂਦਾ ਹੈ। ਉਂਧੇ ਗੁਣਦਾਸੀ ਸੁਖ ਹੋਏ, ਅਵਗਣ ਤਿਆਗ ਸਮਾਈਐ, ਗੁਰਮਤ ਪੂਰਾ ਸੋਏ। ਰਹਾਉ ਵਿਣ ਰਾਸੀ ਵਾਪਾਰੀਆ, ਤੱਕੇ ਕੁੰਡਾ ਚਾਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਰਹਾਉ ਦੀਆਂ ਪੰਕਤੀਆਂ ਵਿੱਚ ਫਰਮਾਉਂਦੇ ਹਨ, ਮੁੰਦੇ ਐ ਅਗਿਆਤ ਜੋਬਨ ਵਾਲੀਏ, ਐ ਜੋਬਨ ਮਤੀਏ, ਐ ਜੀਵ ਰੂਪ ਇਸਤਰੀਏ, ਜੇ ਤੂੰ ਗੁਣਾਂ ਦੀ ਦਾਸੀ ਬਣ ਜਾਵੇਂ ਤਾਂ ਹੀ ਤੈਨੂੰ ਪਤੀ ਦਾ ਸੁਖ ਪ੍ਰਾਪਤ ਹੋ ਸਕਦਾ ਹੈ। ਯਾਦ ਰੱਖ, ਔਗੁਣਾਂ ਨੂੰ ਛੱਡ ਕੇ ਦੈਵੀ ਗੁਣਾਂ ਨੂੰ ਧਾਰਨ ਕਰਕੇ ਹੀ ਉਸ ਪਰਮੇਸ਼ਰ ਪਤੀ ਦੇ ਪਿਆਰ ਦੇ ਵਿੱਚ ਸਮਾਈਦਾ ਹੈ। ਪਰ ਇਹ ਸਾਰਾ ਕੁਝ ਕਰਨ ਦੇ ਲਈ ਗੁਰੂ ਦੀ ਮੱਤ ਨੂੰ ਵੀ ਧਾਰਨ ਕਰਨਾ ਪੈਂਦਾ ਹੈ। ਜਦੋਂ ਗੁਰੂ ਦੀ ਮੱਤ ਨੂੰ ਧਾਰਨ ਕਰਕੇ ਅਸੀਂ ਸੇਵਾ ਸਿਮਰਨ ਕਰਾਂਗੇ
ਪੂਰਾ ਸੋਏ ਫਿਰ ਉਹ ਪੂਰਾ ਪ੍ਰਭੂ ਪ੍ਰਾਪਤ ਹੋ ਜਾਵੇਗਾ। ਰਹਾਓ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਫਿਰ ਜਿਹੜੇ ਲੋਕ ਗੁਰੂ ਤੋਂ ਬਿਨਾ ਵਾਹਿਗੁਰੂ ਦੀ ਭਾਲ ਕਰਦੇ ਹਨ ਉਹਨਾਂ ਦੀ ਹਾਲਤ ਬਿਆਨ ਕਰ ਰਹੇ ਹਨ। ਬਿਨ ਰਾਸੀ ਵਪਾਰੀਆ ਤੱਕੇ ਕੁੰਡਾਂ ਚਾਰ। ਜਿਵੇਂ ਕੋਈ ਵਪਾਰੀ ਕੋਈ ਬਿਜ਼ਨਸਮੈਨ ਉਹਦੇ ਕੋਲ ਪੂੰਜੀ ਤਾਂ ਹੋਵੇ ਨਾ, ਤੇ ਫਿਰ ਜਦੋਂ ਉਹ ਵਪਾਰ ਕਰਨ ਵਾਸਤੇ ਜਾਂਦਾ ਹੈ ਤੱਕੇ ਕੁੰਡਾਂ ਚਾਰ, ਉਹ ਚਾਰੇ ਕੁੰਡਾਂ ਵੱਲ ਸੱਜੇ ਖੱਬੇ ਅੱਗੇ ਪਿੱਛੇ ਦੇਖਦਾ ਹੈ, ਕਿਉਂਕਿ ਉਹਦੇ ਕੋਲੇ ਕੁਛ ਨਹੀਂ ਹੁੰਦਾ। ਕੋਲੇ ਰਾਸ਼ੀ ਨਾ ਹੋਣ ਕਰਕੇ ਉਹ ਕੋਈ ਵਪਾਰ ਨਹੀਂ ਕਰ ਸਕਦਾ। ਮੂਲ ਨ ਬੁਝੈ ਆਪਣਾ ਵਸਤ ਰਹੇ ਘਰ ਬਾਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਸੇ ਤਰ੍ਹਾਂ ਜਿਹੜਾ ਜੀਵ ਰੂਪ ਵਪਾਰੀ ਹੈ, ਜੇਕਰ ਇਹਦੇ ਕੋਲੇ ਸ਼ਰਧਾ ਦੀ, ਭਾਵਨਾ ਦੀ, ਪ੍ਰੇਮ ਦੀ, ਸਦਕ ਦੀ ਰਾਸ ਨਹੀਂ ਹੈ ਤੇ ਇਹਨੂੰ ਵੀ ਨਾਮ ਦਾ ਸੌਦਾ ਨਹੀਂ ਪ੍ਰਾਪਤ ਹੋ ਸਕਦਾ। ਇਸੇ ਲਈ ਹੈਰਾਨ ਹੋ ਕੇ ਇਹ ਜਿਹੜਾ ਜੀਵ ਰੂਪ ਵਪਾਰੀ ਹੈ ਚਾਰੇ ਕੁੰਟਾਂ ਵੱਲ ਦੇਖਦਾ ਹੈ। ਮੂਲ ਨਾ ਬੁੱਝੇ ਆਪਣਾ, ਇਹ ਜਿਹੜਾ ਅਸਲੀ ਆਪਣਾ ਮੂਲ ਹੈ ਉਹਨੂੰ ਇਹ ਸਮਝਦਾ ਹੀ ਨਹੀਂ। ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮਨ ਹਰ ਜੀ ਤੇਰਾ ਨਾਲ ਹੈ ਗੁਰਮਤੀ ਰੰਗ ਮਾਨ। ਇਹ ਤਾਂ ਹੈ ਸ਼ੁੱਧ ਆਪਾ, ਮਨ ਤੂੰ ਜੋਤ ਸਰੂਪ ਹੈ। ਦੂਸਰਾ ਇੱਕ ਮੂਲ ਹੋਰ ਵੀ ਹੈ, ਰਕਤ ਬਿੰਦ ਕਾ ਇਹ ਤਨੂ ਅਗਨੀ ਪਾਸ ਪ੍ਰਾਨ। ਸਾਡਾ ਸਰੀਰ ਰਕਤ ਬਿੰਦ ਤੋਂ ਬਣਿਆ। ਇਹ ਸਰੀਰ ਦਾ ਅਸਲਾ ਤੇ ਰਕਤ ਬਿੰਦ ਹੈ ਨਾ, ਜਿੱਥੋਂ ਸਾਡੇ ਸਰੀਰ ਦੀ ਪੈਦਾਇਸ਼ ਹੋਈ ਹੈ। ਪਰ ਹਜ਼ੂਰ ਕਹਿੰਦੇ ਇਹ ਮਨੁੱਖ ਜਿਹੜਾ ਅਸਲੀ ਵਾਸਤਵ ਆਪਾ ਹੈ ਉਹਨੂੰ ਨਹੀਂ ਸਮਝਦਾ। ਵਸਤ ਰਹੀ ਘਰ ਬਾਰ, ਬਈ ਵਸਤੂ ਤਾਂ ਨਾਮ ਦੀ ਘਰ ਬਾਰ ਘਰ ਦੇ ਦਰਵਾਜ਼ੇ ਉੱਤੇ ਹੀ ਪਈ ਹੋਈ ਹੈ। ਪਰ ਹੁਣ ਜਦੋਂ ਕੋਲੇ ਰਾਸ਼ੀ ਹੀ ਨਹੀਂ, ਉਸ ਵਸਤੂ ਨੂੰ ਖਰੀਦਣ ਵਾਸਤੇ ਪੂੰਜੀ ਹੀ ਨਹੀਂ, ਤੇ ਫਿਰ ਉਹ ਵਸਤੂ ਕਿਵੇਂ ਖਰੀਦੀ ਜਾ ਸਕਦੀ ਹੈ। ਇਹਦਾ ਮਤਲਬ ਇਹ ਹੈ ਹਰ ਜੀਵ ਰੂਪ ਵਪਾਰੀ ਨੂੰ ਜਿਸਨੇ ਨਾਮ ਦਾ ਵਣਜ ਕਰਨਾ ਹੈ ਉਹਦੇ ਵਿੱਚ ਸਭ ਤੋਂ ਪਹਿਲਾਂ ਗੁਰੂ ਦੀ ਸ਼ਰਧਾ, ਗੁਰੂ ਦਾ ਪ੍ਰੇਮ ਅਤੇ ਸਿੱਖੀ ਦਾ ਸਿਦਕ ਹੋਣਾ ਚਾਹੀਦਾ ਹੈ। ਇਹ ਐਸੀ ਪੂੰਜੀ ਹੈ ਜਿਸ ਦੇ ਨਾਲ ਨਾਮ ਦਾ ਸੌਦਾ ਖਰੀਦਿਆ ਜਾ ਸਕਦਾ ਹੈ, ਕਿਉਂਕਿ ਇਹ ਜਿਹੜੀ ਨਾਮ ਦੀ ਵਸਤੂ ਹੈ ਇਹ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਘਰ-ਬਾਰ, ਘਰ ਦੇ ਬਾਹਰ ਉੱਤੇ ਹੀ ਪਈ ਹੋਈ ਹੈ। ਕੋਈ ਵੀ ਗੁਰਸਿੱਖ ਮਾਈ ਭਾਈ ਜੇ ਨਾਮ ਦੀ ਦਾਤ ਪ੍ਰਾਪਤ ਕਰਨਾ ਚਾਹੇ ਆਵੇ ਗੁਰੂ ਘਰ, ਛਕੇ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਉਸ ਨੂੰ ਨਾਮ ਦੀ ਵਸਤੂ, ਨਾਮ ਦਾ ਸੌਦਾ ਬਖਸ਼ਿਸ਼ ਕਰ ਦਿੰਦੇ ਹਨ। ਪਰ ਅਸੀਂ ਸ਼ਰਧਾ, ਭਾਵਨਾ, ਸਿਦਕ ਤੇ ਪ੍ਰੇਮ ਦੀ ਪੂੰਜੀ ਤੋਂ ਸਖਣੇ ਫਿਰ ਰਹੇ ਹਾਂ। ਇਸੇ ਲਈ ਅਸੀਂ ਗੁਰੂ ਮਹਾਰਾਜ ਦੇ ਕੋਲ ਆ ਕੇ ਵੀ ਇਹ ਨਾਮ ਦਾ ਸੌਦਾ ਨਹੀਂ ਖਰੀਦ ਸਕਦੇ, ਇੱਥੋਂ ਵੀ ਖਾਲੀ ਮੁੜ ਜਾਂਦੇ ਆ। ਐਸੀ ਸਾਡੀ ਹਾਲਤ ਬਣੀ ਹੋਈ ਹੈ। ਵਿਣ ਵਖਰ ਦੁਖ ਅਗਲਾ ਕੂੜ ਮੁਠੀ ਕੂੜਿਆਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਬਿਨਾ ਨਾਮ ਦੇ ਵਖਰ ਤੋਂ ਇਸ ਜੀਵ ਨੂੰ ਦੁੱਖ ਅਗਲਾ ਬਹੁਤਾ ਦੁੱਖ ਪ੍ਰਾਪਤ ਹੁੰਦਾ ਹੈ, ਕਿਉਂਕਿ ਜਿਸ ਕੋਲੇ ਨਾਮ ਦਾ ਸੌਦਾ ਨਾ ਹੋਵੇ ਉਸ ਨੂੰ ਅੱਗੇ ਜਾ ਕੇ ਜਮਾਂ ਦੇ ਵਸ ਪੈਣਾ ਪੈਂਦਾ, ਨਰਕਾਂ ਦੇ ਵਿੱਚ ਜਾ ਕੇ ਸੜਨਾ ਪੈਂਦਾ, 84 ਲੱਖ ਜੂਨਾਂ ਦੇ ਵਿੱਚ ਭਟਕਣਾ ਪੈਂਦਾ ਹੈ। ਬਿਨਾਂ ਨਾਮ ਦੀ ਵਖਰ ਤੋਂ ਇਸ ਜੀਵ ਨੂੰ ਬਹੁਤਾ ਦੁੱਖ ਭੋਗਣਾ ਪੈਂਦਾ ਹੈ। ਕੂੜ ਮੁੱਠੀ ਕੂੜਿਆਰ, ਇਹ ਜਿਹੜੀ ਕੂੜਿਆਰ ਝੂਠ ਦੇ ਨਾਲ ਪ੍ਰੇਮ ਕਰਦੀ ਸੀ, ਇਸ ਨੂੰ ਤਾਂ ਝੂਠ ਨੇ ਹੀ ਲੁੱਟ ਲਿਆ ਹੈ। ਲਾਹ ਅਹਨਿਸ ਨੌ ਤਨ ਪਰਖੇ ਰਤਨ ਵਿਚਾਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਗੁਰਮੁਖ ਵਪਾਰੀ ਹਨ, ਪਰਖੇ ਰਤਨ ਵਿਚਾਰ, ਉਹ ਸਤਿਗੁਰੂ ਦੇ ਪਾਸ ਜਾ ਕੇ ਨਾਮ ਰੂਪੀ ਰਤਨ ਦੀ ਪਰਖ ਕਰਦੇ ਹਨ ਤੇ ਨਾਲ ਉਸ ਦੀ ਵਿਚਾਰ ਕਰਦੇ ਨੇ। ਪਹਿਲਾਂ ਰਤਨ ਦੀ ਪਰਖ, ਫਿਰ ਉਸ ਨੂੰ ਲੈਣ ਦੇ ਬਾਰੇ ਗੱਲਬਾਤ ਕਰਦੇ ਨੇ ਵੀ ਇਹ ਨਾਮ ਦਾ ਰਤਨ ਕਿਵੇਂ ਪ੍ਰਾਪਤ ਹੋ ਸਕਦਾ ਹੈ,
ਇਹਦੀ ਕੀਮਤ ਕਿੰਨੀ ਕੁ ਹੈ। ਲਾਹਾ ਅਹਨਸ ਨੌਤਨਾ, ਉਹਨਾਂ ਨੂੰ ਰਾਤ ਦਿਨ, ਨੌਤਨਾ ਦਾ ਅਰਥ ਹੈ ਨਵੇਂ ਤੋਂ ਨਵਾਂ ਹੋਰ ਬਹੁਤਾ ਲਾਹਾ ਪ੍ਰਾਪਤ ਹੁੰਦਾ ਹੈ। ਇਹਦਾ ਮਤਲਬ ਇਹ ਹੈ ਜਿਹੜੇ ਗੁਰਮੁਖ ਵਣਜਾਰੇ ਨੇ ਸਤਿਗੁਰੂ ਦੇ ਪਾਸ ਜਾ ਕੇ ਨਾਮ ਰੂਪੀ ਰਤਨ ਦੀ ਪਰਖ ਕਰਦੇ ਹਨ ਤੇ ਨਾਲ ਹੀ ਗੁਰੂ ਦੇ ਨਾਲ ਲੈਣ ਦੇਣ ਦੀ ਵਿਚਾਰ ਸਾਂਝੀ ਕਰਦੇ ਨੇ ਤੇ ਫਿਰ ਉਹਨਾਂ ਨੂੰ ਰਾਤ ਦਿਨ ਵਾਹਿਗੁਰੂ ਦੇ ਨਾਮ ਦਾ ਸਿਮਰਨ ਦਾ ਨਵੇਂ ਤੋਂ ਨਵਾਂ ਲਾਹਾ ਪ੍ਰਾਪਤ ਹੁੰਦਾ ਹੈ। ਵਸਤ ਲਹਿ ਘਰ ਆਪਣੇ ਚੱਲੇ ਕਾਰਜ ਸਾਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵਸਤ ਲਹਿ ਘਰ ਆਪਣੇ। ਭਾਈ ਉਹ ਆਪਣੇ ਘਰ ਦੇ ਵਿੱਚੋਂ ਹੀ ਅਸਲੀ ਜਿਹੜੀ ਵਸਤੂ ਹੈ ਨਾਮ ਦੀ ਉਸ ਨੂੰ ਪ੍ਰਾਪਤ ਕਰ ਲੈਂਦੇ ਨੇ। ਇੱਕ ਤਾਂ ਗੁਰੂ ਘਰ ਦੇ ਵਿੱਚੋਂ ਨਾਮ ਦੀ ਵਸਤੂ ਸਾਨੂੰ ਪ੍ਰਾਪਤ ਹੁੰਦੀ ਹੈ, ਦੂਸਰਾ ਨਾਮ ਸਾਡੇ ਆਪਣੇ ਹੀ ਹਿਰਦੇ ਵਿੱਚ ਵਸ ਰਿਹਾ ਹੈ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਬਿਸਰਾਮ, ਨਾਨਕ ਅੰਮ੍ਰਿਤ ਮਨੈ ਮਾਹੇ ਪਾਈਐ ਗੁਰ ਪ੍ਰਸਾਦ। ਇੱਕ ਨਾਮ ਅੰਮ੍ਰਿਤ ਬਾਹਰ ਹੈ ਤੇ ਦੂਸਰਾ ਨਾਮ ਅੰਮ੍ਰਿਤ ਸਾਡੇ ਅੰਦਰ ਵੀ ਹੈ। ਹਜ਼ੂਰ ਕਹਿੰਦੇ ਨੇ ਜਿਹੜਾ ਗੁਰਸਿੱਖ ਮਾਈ ਭਾਈ ਗੁਰੂ ਦੇ ਪਾਸ ਜਾ ਕੇ ਨਾਮ ਰੂਪੀ ਰਤਨ ਦੀ ਪਰਖ ਕਰਦਾ ਹੈ ਤੇ ਉਸ ਨੂੰ ਲੈਣ ਦੀ ਵਿਚਾਰ ਕਰਦਾ ਹੈ ਤੇ ਉਸ ਨੂੰ ਆਪਣੇ ਘਰ ਦੇ ਵਿੱਚੋਂ ਹੀ ਨਾਮ ਰੂਪੀ ਵਸਤੂ ਪ੍ਰਾਪਤ ਹੋ ਜਾਂਦੀ ਹੈ। ਚੱਲੇ ਕਾਰਜ ਸਾਰ, ਉਹ ਆਪਣਾ ਕਾਰਜ ਸਵਾਰ ਕੇ, ਇਹਦਾ ਮਤਲਬ ਇਹ ਹੈ ਉਹ ਨਾਮ ਦਾ ਸੌਦਾ ਖਰੀਦ ਕੇ ਅੱਗੇ ਪਰਲੋਕ ਨੂੰ ਜਾਂਦਾ ਹੈ। ਵਣਜਾਰਿਆ ਸਿਉ ਵਣਜ ਕਰ ਗੁਰਮੁਖ ਬ੍ਰਹਮ ਵਿਚਾਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜਾ ਗੁਰਮੁਖ ਵਣਜਾਰਾ ਹੈ, ਗੁਰਮੁਖ ਵਪਾਰੀ ਹੈ, ਉਹ ਜਿਹੜੇ ਹੋਰ ਨਾਮ ਦੇ ਵਪਾਰੀ ਗੁਰਮੁਖ ਨੇ ਉਹਨਾਂ ਦੇ ਨਾਲ ਮਿਲ ਕੇ ਨਾਮ ਦਾ ਵਣਜ ਕਰਦਾ ਹੈ। ਜਿਵੇਂ ਭਗਤ ਕਬੀਰ ਜੀ ਨੇ ਲਿਖਿਆ ਹੈ, ਕਿਨਹੀ ਬਣਜਿਆ ਕਾਂਸੀ ਤਾਂਬਾ ਕਿਨਹੀ ਲੌਂਗ ਸੁਪਾਰੀ, ਸੰਤੋ ਬਣਜਿਆ ਨਾਮ ਗੋਬਿੰਦ ਕਾ ਐਸੀ ਖੇਪ ਹਮਾਰੀ। ਵਣਜਾਰਿਆਂ ਸਿਓ ਵਣਜ ਕਰ, ਉਹ ਨਾਮ ਦੇ ਵਪਾਰੀਆਂ ਦੇ ਨਾਲ ਮਿਲ ਕੇ ਨਾਮ ਦਾ ਹੀ ਵਣਜ ਕਰਦਾ ਹੈ। ਗੁਰਮੁਖ ਬ੍ਰਹਮ ਵਿਚਾਰ ਤੇ ਗੁਰੂ ਦੁਆਰਾ ਬ੍ਰਹਮ ਵਿਚਾਰ ਦੇ ਵਿੱਚ ਜੁੜਿਆ ਰਹਿੰਦਾ ਹੈ। ਸੰਤਾਂ ਸੰਗਤ ਪਾਈਐ ਜੇ ਮੇਲੇ ਮੇਲਣ ਹਾਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਇਹ ਜਿਹੜੀ ਨਾਮ ਦੀ ਵਸਤੂ ਹੈ ਸੰਤਾਂ ਦੀ ਸੰਗਤ ਵਿੱਚੋਂ ਪ੍ਰਾਪਤ ਹੁੰਦੀ ਹੈ, ਕਿਉਂਕਿ ਸੰਤ ਨਾਮ ਦੇ ਵਪਾਰੀ ਨੇ। ਜਿਨ੍ਹਾਂ ਸਾਸ ਗਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ, ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ। ਜਿਹੜੇ ਨਾਮ ਦੇ ਵਪਾਰੀ ਨੇ, ਮਾਇਆ ਦੇ ਵਪਾਰੀ ਨਹੀਂ, ਜਿਹੜੇ ਨਾਮ ਦੇ ਵਪਾਰੀ ਸੰਤ ਨੇ ਉਹਨਾਂ ਦੀ ਸੰਗਤ ਵਿੱਚੋਂ ਨਾਮ ਦੀ ਵਸਤੂ ਪ੍ਰਾਪਤ ਹੁੰਦੀ ਹੈ। ਪਰ ਸੰਤਾਂ ਦੀ ਸੰਗਤ ਉਹਨਾਂ ਨੂੰ ਮਿਲਦੀ ਹੈ ਜੇ ਮੇਲੇ ਮੇਲਣਹਾਰ। ਮੇਲਣਹਾਰ ਤੇ ਅਕਾਲ ਪੁਰਖ ਹੀ ਹੈ ਨਾ, ਤੇ ਜੇ ਵਾਹਿਗੁਰੂ ਪਰਮੇਸ਼ਰ ਕਿਰਪਾ ਕਰਕੇ ਪੂਰਨ ਮਹਾਂਪੁਰਖਾਂ ਦੀ ਸੰਗਤ ਨਾਲ ਮੇਲ ਦੇਵੇ ਤੇ ਉਹਨਾਂ ਮਹਾਂਪੁਰਖਾਂ ਦੀ ਸੰਗਤ ਵਿੱਚੋਂ ਇਹ ਨਾਮ ਦੀ ਵਸਤੂ ਪ੍ਰਾਪਤ ਹੁੰਦੀ ਹੈ। ਮਿਲਿਆ ਹੋਏ ਨਾ ਵਿਛੜੈ ਜਿਸ ਅੰਤਰ ਜੋਤ ਅਪਾਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜਾ ਗੁਰਸਿੱਖ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਅੰਦਰੋਂ ਮਿਲ ਜਾਂਦਾ ਹੈ, ਕਿਉਂਕਿ ਸਤਿਗੁਰੂ ਮਹਾਰਾਜ ਨੇ ਬਾਣੀ ਵਿੱਚ ਲਿਖਿਆ ਹੈ ਅਸਲੀ ਜਿਹੜਾ ਮਿਲਿਆ ਹੋਇਆ ਉਹੀ ਆਖੀਦਾ ਹੈ, ਜੋ ਦਿਲ ਮਿਲਿਆ ਸੋ ਮਿਲ ਰਿਹਾ, ਮਿਲਿਆ ਕਹੀਆ ਰੇ ਸੋਈ। ਜਿਹੜਾ ਅੰਦਰੋਂ ਦਿਲੀ ਪਿਆਰ ਦੁਆਰਾ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲਿਆ ਹੈ, ਉਹ ਮਿਲਿਆ ਹੋਇਆ ਕਦੇ ਵੀ ਵਿਛੜਦਾ ਨਹੀਂ। ਜਿਸ ਅੰਤਰ ਜੋਤ ਅਪਾਰ, ਜਿਸ ਦੇ ਅੰਦਰ ਉਸ ਅਪਾਰ ਵਾਹਿਗੁਰੂ ਪਰਮੇਸ਼ਰ ਦੀ ਜਾਗਤ ਜੋਤ ਦਾ ਪ੍ਰਕਾਸ਼ ਹੋ ਜਾਵੇ, ਉਹ ਹਮੇਸ਼ਾ ਲਈ ਵਾਹਿਗੁਰੂ ਦੇ ਨਾਲ ਮਿਲਿਆ ਰਹਿੰਦਾ ਹੈ, ਉਹ ਕਦੇ ਵੀ ਵਿਛੜ ਨਹੀਂ ਸਕਦਾ। ਸੱਚੇ ਆਸਣ ਸੱਚ ਰਹੈ ਸੱਚੇ ਪ੍ਰੇਮ ਪਿਆਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਹੜਾ ਗੁਰਮੁਖ ਵਪਾਰੀ ਹੈ ਉਹ ਸੱਚੇ ਪ੍ਰੇਮ ਪਿਆਰ ਦਾ ਸਦਕਾ ਸੱਚਾ ਆਸਣ ਸੱਚ ਰਹੈ। ਉਹ ਸੱਚੇ ਆਸਣ ਤੇ, ਸੱਚਾ ਆਸਣ ਕੀ ਹੈ? ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਸੱਚਖੰਡ।
ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਸਿੰਘਾਸਨ ਹਜ਼ੂਰ ਕਹਿੰਦੇ ਨੇ ਸੱਚਾ ਆਸਨ ਸੱਚ ਰਹੇ। ਜਿਹੜਾ ਸੱਚ ਦੇ ਨਾਲ ਜੁੜਿਆ ਹੋਇਆ ਹੈ ਉਹ ਸੱਚੇ ਪ੍ਰੇਮ ਪਿਆਰ ਦਾ ਸਦਕਾ ਉਹ ਸੱਚ ਦੇ ਸੱਚੇ ਵਾਹਿਗੁਰੂ ਦੇ ਸਿੰਘਾਸਨ ਦੇ ਉੱਤੇ ਹਮੇਸ਼ਾ ਲਈ ਟਿਕਿਆ ਰਹਿੰਦਾ ਹੈ। ਜਿਨੀ ਆਪ ਪਛਾਣਿਆ ਘਰ ਮਹਿ ਮਹਿਲ ਸੁਥਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਨੀ ਆਪ ਪਛਾਣਿਆ, ਜਿਨ੍ਹਾਂ ਨੇ ਆਪਣੇ ਆਪੇ ਨੂੰ ਪਛਾਣ ਲਿਆ ਹੈ ਤੇ ਫਿਰ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਹੈ ਘਰ ਮੈਂ ਮਹਿਲ ਸੁਥਾਏ। ਸਾਡੇ ਘਰ ਦੇ ਅੰਦਰ ਹੀ ਇੱਕ ਬਹੁਤ ਸੁੰਦਰ ਥਾਂ ਹੈ ਔਰ ਉਹ ਸੋਹਣੇ ਥਾਂ ਦੇ ਉੱਤੇ ਵਾਹਿਗੁਰੂ ਪਰਮੇਸ਼ਰ ਦਾ ਮਹਿਲ ਸੱਚਖੰਡ ਵਸਿਆ ਹੋਇਆ ਹੈ। ਜਿਨ੍ਹਾਂ ਨੇ ਆਪਣੇ ਆਪੇ ਦੀ ਪਛਾਣ ਕਰ ਲਈ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਦਾ ਹੈ ਦਿਲ ਮੈਂ ਖੋਜ ਦਿਲੇ ਦਿਲ ਖੋਜੋ। ਇਹੀ ਠੌਰ ਮੁਕਾਮਾ ਸਾਡੇ ਸਰੀਰ ਰੂਪੀ ਘਰ ਦੇ ਵਿੱਚ ਇੱਕ ਸੋਹਣਾ ਥਾਂ ਹੈ। ਉਹ ਕੀ ਹੈ? ਤੁਰਿਆ ਪਦ। ਔਰ ਉੱਥੇ ਹੀ ਉਸ ਵਾਹਿਗੁਰੂ ਪਰਮੇਸ਼ਰ ਦਾ ਮਹਿਲ ਸੱਚਖੰਡ ਹੈ। ਗੁਰਮੁਖ ਉਸ ਨੂੰ ਵੀ ਪਛਾਣ ਲੈਂਦੇ ਹਨ। ਸੱਚੇ ਸੇ ਤੀਰਤਿਆ ਸੱਚੋ ਪੱਲੇ ਪਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸੱਚੇ ਸੇਤੀ ਰਤੀਆਂ, ਉਹ ਸੱਚੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਰੰਗ ਵਿੱਚ ਰੰਗੀਆਂ ਹੋਇਆਂ, ਉਹ ਸੱਚੇ ਵਾਹਿਗੁਰੂ ਦੇ ਨਾਮ ਭਗਤੀ ਦੇ ਰੰਗ ਦੇ ਨਾਲ ਰੰਗੀਆਂ ਹੋਇਆਂ ਸੱਚੋ ਪੱਲੇ ਪਾਏ ਤੇ ਫਿਰ ਸੱਚ ਹੀ ਪੱਲੇ ਵਿੱਚ ਪ੍ਰਾਪਤ ਹੁੰਦਾ ਹੈ। ਇਹਦਾ ਮਤਲਬ ਇਹ ਹੈ ਜਿਹੜਾ ਸੱਚੇ ਨਾਮ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ ਤੇ ਉਸ ਨੂੰ ਸੱਚੇ ਨਾਮ ਦਾ ਹੀ ਲਾਹਾ ਹੋਰ ਸਿਮਰਨ ਦਾ ਲਾਹਾ ਪੱਲੇ ਵਿੱਚ ਪ੍ਰਾਪਤ ਹੁੰਦਾ ਹੈ। ਤੈ ਭਾਵਨ ਸੋ ਪ੍ਰਭ ਜਾਣੀਐ ਸਾਚੋ ਸਾਚੇ ਨਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਸੱਚੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਵੀ ਭਾਈ ਸੱਚਾ ਹੈ। ਉਹ ਸੱਚੇ ਅਕਾਲ ਪੁਰਖ ਦੇ ਸੱਚੇ ਨਾਮ ਦਾ ਸਦਕਾ ਤੇਰੇ ਭਵਨ ਸੋ ਪ੍ਰਭ ਜਾਣੀਐ। ਤਿੰਨੇ ਭਵਨਾਂ ਦੇ ਵਿੱਚ ਵਸਦਾ ਹੋਇਆ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਜਾਣ ਲਈਦਾ ਹੈ। ਉਹ ਵਾਹਿਗੁਰੂ ਕੇਵਲ ਸਾਡੇ ਅੰਦਰ ਹੀ ਨਹੀਂ, ਤਿੰਨੇ ਭਵਨਾਂ ਦੇ ਵਿੱਚ, ਤਿੰਨ ਭਵਨ ਬਾਹਰ ਵੀ ਨੇ, ਤਿੰਨ ਭਵਨ ਸਾਡੇ ਅੰਦਰ ਵੀ ਹਨ। ਜਿਹੜੇ ਬਾਹਰ ਨੇ ਉਹ ਤੇ ਇੱਕ ਪਤਾਲ ਹੈ, ਦੂਸਰਾ ਮਾਤ ਲੋਕ ਹੈ, ਤੀਸਰਾ ਸਵਰਗ ਹੈ। ਇਹਨਾਂ ਨੂੰ ਤਿੰਨ ਭਵਨ ਕਹਿ ਦਿੰਦੇ ਨੇ। ਦੂਸਰੇ ਤਿੰਨ ਭਵਨ ਸਾਡੇ ਅੰਦਰ ਵੀ ਹਨ। ਜਾਗਰਤ, ਸੁਪਨ, ਸੁਖੋਪਤ, ਇਹ ਤਿੰਨ ਅਵਸਥਾ ਤਿੰਨ ਭਵਨ ਨੇ। ਇੱਕ ਚੌਥਾ ਭਵਨ ਵੀ ਹੈ ਜਿਸ ਨੂੰ ਚੌਥਾ ਪਦ ਤੁਰਿਆ ਪਦ ਵੀ ਆਖਿਆ ਹੈ। ਇੱਕ ਥਾਂ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨ ਆਉਂਦੇ ਨੇ, ਰਾਜਗੁਣ ਤਮਗੁਣ ਸਤਗੁਣ ਕਹੀਐ ਇਹ ਤੇਰੀ ਸਮ ਆਇਆ। ਇਹ ਤਿੰਨ ਭਵਨਾਂ ਦੀ ਗੱਲ ਹੈ ਵੀ ਜਿਹੜੇ ਜਾਗਰਤ, ਸੁਪਨ, ਸੁਖੋਪਤ ਅਵਸਥਾ ਇਹ ਤਿੰਨ ਘਰ ਨੇ। ਜਾਗਰਤ, ਸੁਪਨ, ਸੁਖੋਪਤ, ਤੁਰਿਆ, ਆਤਮ ਪੂਪਤ ਕੀ ਜੇ ਪੁਰੀਆ। ਇਹ ਤਿੰਨ ਅਵਸਥਾ ਦੇ ਵਿੱਚ ਸਾਡੀ ਆਤਮਾ ਵਿਚਰਦੀ ਹੈ। ਤੇਰੇ ਭਵਨ ਸੋ ਪ੍ਰਭ ਜਾਣੀ ਹੈ। ਉਹ ਤਿੰਨੇ ਭਵਨਾਂ ਦੇ ਅੰਦਰ ਹੀ ਉਸ ਵਾਹਿਗੁਰੂ ਪਰਮੇਸ਼ਰ ਨੂੰ ਵਸਦਾ ਹੋਇਆ ਜਾਣ ਲੈਂਦੇ ਹਨ। ਸਾ ਧਨ ਖਰੀ ਸੁਹਾਵਣੀ ਜਿਨ ਪਿਰ ਜਾਤਾ ਸੰਗ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਸ ਜੀਵ ਰੂਪ ਇਸਤਰੀ ਨੇ ਉਸ ਪਤੀ ਪਰਮੇਸ਼ਰ ਨੂੰ ਹਮੇਸ਼ਾ ਆਪਣੇ ਅੰਗ ਸੰਗ ਵਸਦਾ ਜਾਣ ਲਿਆ ਹੈ, ਸਾ ਤਨ ਖਰੀ ਸੁਹਾਵਣੀ। ਉਹ ਜੀਵ ਰੂਪ ਇਸਤਰੀ, ਖਰੀ ਦਾ ਅਰਥ ਹੈ ਬਹੁਤੀ, ਸੁਹਾਵਣੀ ਸ਼ੋਭਾ ਵਾਲੀ, ਸੁੰਦਰ ਰੂਪ ਵਾਲੀ ਬਣ ਗਈ ਹੈ। ਮਹਿਲੀ ਮਹਿਲ ਬੁਲਾਈ ਹੈ ਸੋ ਪਿਰ ਰਾਵੇ ਰੰਗ। ਮਹਿਲੀ ਦਾ ਅਰਥ ਹੈ ਇਸਤਰੀ। ਉਸ ਜੀਵ ਰੂਪ ਇਸਤਰੀ ਨੂੰ ਮਹਿਲ ਬੁਲਾਈਐ। ਉਸ ਵਾਹਿਗੁਰੂ ਪਰਮੇਸ਼ਰ ਦੇ ਮਹਿਲ ਸੱਚਖੰਡ ਦੇ ਵਿੱਚ ਬੁਲਾਇਆ ਜਾਂਦਾ ਹੈ। ਸੋ ਪਿਰ ਰਾਵੇ ਰੰਗ। ਉਹੀ ਜੀਵ ਰੂਪ ਇਸਤਰੀ ਉਸ ਪਤੀ ਪਰਮੇਸ਼ਰ ਦੇ ਰੰਗ ਨੂੰ ਮਾਣਦੀ ਹੈ। ਸੱਚ ਸੁਹਾਗਣ ਸਾ ਭਲੀ ਪਿਰ ਮੋਹੀ ਗੁਣ ਸੰਗ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸੱਚ ਸੁਹਾਗਣ ਸਾ ਭਲੀ। ਜਿਹੜੀ ਸੱਚ ਨਾਲ ਜੁੜੀ ਹੈ ਉਹੀ ਸੁਹਾਗਣ ਬਣੀ ਹੈ ਤੇ ਉਹੀ ਸਾਰੀਆਂ ਨਾਲੋਂ ਸਾ ਭਲੀ, ਉਹ ਸਾਰਿਆਂ ਤੋਂ ਸ੍ਰੇਸ਼ਟ ਇਸਤਰੀ ਹੈ। ਪਿਰ ਮੋਹੀ ਗੁਣ ਸੰਗ। ਹਜ਼ੂਰ ਕਹਿੰਦੇ ਨੇ ਉਸ ਦੇ ਵਿੱਚ ਚੰਗੇ ਗੁਣ ਹੋਣ ਕਰਕੇ ਉਹਨਾਂ ਗੁਣਾਂ ਦਾ ਸਦਕਾ
ਫਿਰ ਮੋਹੀ ਉਸ ਪਤੀ ਪਰਮੇਸ਼ਰ ਨੇ ਉਸ ਨੂੰ ਮੋਹ ਲਿਆ ਹੈ। ਜਿਸ ਜੀਵ ਰੂਪ ਇਸਤਰੀ ਦੇ ਵਿੱਚ ਚੰਗੇ ਗੁਣ ਆ ਜਾਂਦੇ ਨੇ, ਮੁੰਦੇ ਗੁਣ ਦਾਸੀ ਸੁਖ ਹੋਏ। ਪਿੱਛੇ ਵੀ ਸਤਿਗੁਰੂ ਨੇ ਇਹੀ ਆਖਿਆ ਸੀ, ਜਿਸ ਦੇ ਅੰਦਰ ਚੰਗੇ ਗੁਣ ਆ ਜਾਂਦੇ ਨੇ ਤੇ ਫਿਰ ਪਤੀ ਪਰਮੇਸ਼ਰ ਨੇ ਉਹ ਮੋਹਤ ਕਰ ਲਈ, ਉਸ ਨੂੰ ਆਪਣੇ ਨਾਲ ਮੋਹਤ ਕਰਕੇ ਆਪਣੇ ਨਾਲ ਮਿਲਾ ਲਿਆ। ਭੂਲੀ ਭੂਲੀ ਥਲ ਚੜਾ, ਥਲ ਚੜ ਡੂੰਗਰ ਜਾਓ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜੀ ਭੁੱਲੀ ਤੇ ਭਟਕੀ ਹੋਈ ਇਸਤਰੀ ਹੁੰਦੀ ਹੈ, ਉਹ ਆਪਣੇ ਪਤੀ ਦੀ ਭਾਲ ਦੇ ਵਿੱਚ ਕਿੱਥੇ ਕਿੱਥੇ ਜਾਂਦੀ ਹੈ। ਭੁੱਲੀ ਭੁੱਲੀ ਥਲ ਚੜਾਂ, ਉਹ ਕਹਿੰਦੀ ਮੈਂ ਭੁੱਲੀ ਭਟਕੀ ਹੋਈ। ਪਹਿਲਾਂ ਤੇ ਥਲ ਦਾ ਅਰਥ ਹੈ ਜਿਹੜੇ ਮਾਰੂ ਥਲ ਨੇ, ਬੜੇ ਬੜੇ ਰੇਤ ਦੇ ਟਿੱਬੇ ਨੇ। ਤੁਸੀਂ ਉਧਰ ਰਾਜਸਥਾਨ ਰੇਗਿਸਤਾਨ ਵੱਲ ਚਲੇ ਜਾਓ, ਕਈ ਮੀਲਾਂ ਦੇ ਵਿੱਚ ਰੇਤ ਦੇ ਵੱਡੇ ਵੱਡੇ ਟਿੱਬੇ ਨੇ। ਹਜ਼ੂਰ ਕਹਿੰਦੇ ਨੇ ਜਿਹੜੀ ਭਟਕੀ ਹੋਈ ਭੁੱਲੀ ਹੋਈ ਇਸਤਰੀ ਹੈ, ਸਹੀ ਰਾਹ ਤੋਂ ਭਟਕੀ ਹੋਈ, ਭੁੱਲੀ ਭੁੱਲੀ ਥਲ ਚੜਾਂ, ਉਹ ਕਹਿੰਦੀ ਮੈਂ ਭੁੱਲ ਕਰਕੇ ਭੁੱਲੀ ਹੋਈ ਪਹਿਲਾਂ ਜਾ ਕੇ ਮਾਰੂ ਥਲਾਂ ਦੇ ਟਿੱਬਿਆਂ ਤੇ ਚੜ ਜਾਵਾਂ। ਜਦੋਂ ਉਥੋਂ ਕੁਛ ਨਾ ਹੱਥ ਲੱਗੇ, ਥਲ ਚੜ ਡੂਗਰ ਜਾਉ। ਉਹਨਾਂ ਟਿੱਬਿਆਂ ਤੇ ਚੜ ਕੇ ਫਿਰ ਅੱਗੇ ਜਿਹੜੇ ਵੱਡੇ ਵੱਡੇ ਪਹਾੜ ਨੇ, ਪਰਬਤ ਨੇ, ਮੈਂ ਉਹਨਾਂ ਤੇ ਚਲੀ ਜਾਵਾਂ। ਬਨ ਮਹਿ ਭੂਲੀ ਜੇ ਫੇਰਾ, ਬਿਨ ਗੁਰ ਬੂਝ ਨ ਪਾਓ। ਤੇ ਫਿਰ ਭਾਵੇਂ ਮੈਂ ਬਣ ਦੇ ਵਿੱਚ ਵੀ ਭੁੱਲੀ ਹੋਈ ਫਿਰਦੀ ਰਵਾਂ, ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਬਿਨ ਗੁਰ ਬੂਝ ਨਾ ਪਾਓ। ਬਿਨਾਂ ਗੁਰੂ ਤੋਂ ਸਹੀ ਰਸਤੇ ਦੀ ਸਮਝ ਨਹੀਂ ਪ੍ਰਾਪਤ ਹੋ ਸਕਦੀ। ਚਾਹੇ ਕੋਈ ਮਾਰੂ ਥਲਾਂ ਦੇ ਵਿੱਚ ਭਟਕਦਾ ਫਿਰੇ, ਚਾਹੇ ਪਹਾੜਾਂ ਦੇ ਵਿੱਚ ਟੱਕਰਾਂ ਮਾਰਦਾ ਫਿਰੇ, ਚਾਹੇ ਜੰਗਲਾਂ ਦੇ ਵਿੱਚ ਭਟਕਦਾ ਫਿਰੇ, ਪਰ ਹਜ਼ੂਰ ਕਹਿੰਦੇ ਗੁਰੂ ਤੋਂ ਬਿਨਾਂ ਵਾਹਿਗੁਰੂ ਦੀ ਪ੍ਰਾਪਤੀ ਦੇ ਰਸਤੇ ਦੀ ਸਮਝ ਨਹੀਂ ਪ੍ਰਾਪਤ ਹੋ ਸਕਦੀ। ਨਾਵ ਭੂਲੀ ਜੇ ਫੇਰਾ, ਫਿਰ ਆਵੋ ਜਾਓ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੱਸਦੇ ਨੇ ਵੀ ਨਾਮ ਜਪ ਕੇ ਹੀ ਉਸ ਵਾਹਿਗੁਰੂ ਪਰਮੇਸ਼ਰ ਨੂੰ ਮਿਲਿਆ ਜਾ ਸਕਦਾ ਹੈ। ਵੱਡਾ ਸਾਹਿਬ ਉੱਚਾ ਥਾਂ, ਉੱਚੇ ਉੱਪਰ ਉੱਚਾ ਨਾਮ। ਉਹ ਵੱਡਾ ਸਾਹਿਬ ਹੈ, ਉਹਦਾ ਥਾਂ ਸੱਚਖੰਡ ਬਹੁਤ ਉੱਚਾ ਹੈ। ਉਸ ਉੱਚੇ ਥਾਂ ਤੇ ਜਾਣ ਵਾਸਤੇ ਉੱਚਾ ਸਾਧਨ ਪਰਮੇਸ਼ਰ ਦਾ ਨਾਮ ਹੀ ਹੈ। ਇਸ ਲਈ ਨਾਵੋ ਭੁੱਲੀ ਜੇ ਫਿਰਾਂ, ਜੇ ਮੈਂ ਨਾਮ ਤੋਂ ਭੁੱਲੀ ਹੋਈ ਜਿੱਥੇ ਮਰਜੀ ਭਟਕਦੀ ਫਿਰਾਂ, ਪਰ ਇਹਦੇ ਨਾਲ ਮੈਨੂੰ ਕੁਝ ਵੀ ਨਹੀਂ ਪ੍ਰਾਪਤ ਹੋ ਸਕਦਾ। ਫਿਰ ਆਵੋ ਜਾਓ, ਮੁੜ ਮੁੜ ਕੇ ਜੂਨਾਂ ਦੇ ਵਿੱਚ ਆਉਣਾ ਜਾਣਾ ਪਵੇਗਾ। ਪੁੱਛ ਜਾਏ ਪਧਾਊਆ, ਚੱਲੇ ਚਾ ਕਰ ਹੋਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਜੇ ਤੁਸੀਂ ਵਾਹਿਗੁਰੂ ਦੇ ਰਸਤੇ ਬਾਰੇ ਪੁੱਛਣਾ ਚਾਹੁੰਦੇ ਹੋ, ਪੁੱਛੋ ਜਾਏ ਪਧਾਊਆ। ਪਧਾਊਆ ਦਾ ਅਰਥ ਹੈ ਜਿਹੜੇ ਪਰਮੇਸ਼ਰ ਦੇ ਰਸਤੇ ਦੇ ਪਾਂਧੀ ਨੇ, ਮੁਸਾਫਰ ਨੇ, ਯਾਤਰੀ ਹਨ। ਉਹਨਾਂ ਗੁਰਮੁਖਾਂ ਨੂੰ ਜਾ ਕੇ ਪੁੱਛੋ, ਚੱਲੇ ਚਾਕਰ ਹੋਏ, ਜਿਹੜੇ ਵਾਹਿਗੁਰੂ ਦੇ ਚਾਕਰ ਬਣ ਕੇ, ਹਮ ਚਾਕਰ ਗੋਬਿੰਦ ਕੇ ਠਾਕੁਰ ਮੇਰਾ ਭਾਰਾ, ਉਸ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਦੇ ਰਸਤੇ ਤੇ ਚੱਲੇ ਹੋਏ ਹਨ। ਉਹਨਾਂ ਮਹਾਂਪੁਰਖਾਂ ਨੂੰ ਜਾ ਕੇ ਰਾਹ ਪੁੱਛਿਆ ਕਰੋ। ਰਾਜਨ ਜਾਣ ਹੈ ਆਪਣਾ, ਦਰ ਘਰ ਠਾਕ ਨਾ ਹੋਏ। ਤੇ ਫਿਰ ਉਹ ਇਹ ਗੱਲ ਦੱਸਦੇ ਨੇ ਵੀ ਜਿਹੜਾ ਵੀ ਚਾਕਰ, ਜਿਹੜਾ ਵੀ ਵਾਹਿਗੁਰੂ ਪਰਮੇਸ਼ਰ ਦਾ ਪਿਆਰਾ, ਰਾਜਨ ਜਾਣਾ ਹੈ ਆਪਣਾ, ਆਪਣੇ ਰਾਜਨ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਨੂੰ ਜਾਣ ਲੈਂਦਾ ਹੈ, ਦਰ ਘਰ ਠਾਕ ਨਾ ਹੋਏ, ਉਸ ਨੂੰ ਵਾਹਿਗੁਰੂ ਦੇ ਦਰ ਤੇ ਘਰ ਦੇ ਵਿੱਚ ਜਾਂਦਿਆਂ ਕਦੇ ਕੋਈ ਰੁਕਾਵਟ ਨਹੀਂ ਹੋ ਸਕਦੀ। ਜਿਹੜੇ ਵਾਹਿਗੁਰੂ ਦੇ ਪਿਆਰੇ ਇਹ ਗੱਲ ਦੱਸਦੇ ਨੇ, ਜਦੋਂ ਤੁਸੀਂ ਵਾਹਿਗੁਰੂ ਦੇ ਚਾਕਰ ਬਣ ਗਏ, ਵਾਹਿਗੁਰੂ ਦੇ ਦਾਸ ਬਣ ਗਏ, ਦਰ ਦਰਵਾਣੀ ਨਾਹੇ ਮੂਲੇ ਪੁੱਛ ਤਿਸ, ਜਿਹੜੇ ਵਾਹਿਗੁਰੂ ਦੇ ਦਰ ਦੇ ਦਰਵਾਨ 'ਚ ਹੀ ਬਣ ਜਾਂਦੇ ਨੇ, ਫਿਰ ਉਹਨਾਂ ਨੂੰ ਕੋਈ ਰੁਕਾਵਟ ਨਹੀਂ ਪੈਂਦੀ। ਮੰਨੈ ਮਾਰਗ ਠਾਕ ਨਾ ਪਾਏ। ਜਿਹੜਾ ਗੁਰੂ ਦੇ ਹੁਕਮ ਨੂੰ ਮੰਨਦਾ ਹੈ ਔਰ ਉਹ ਸਿੱਧਾ ਭਗਤੀ ਦੇ ਮਾਰਗ ਤੇ ਚੱਲਦਾ ਚੱਲਦਾ ਵਾਹਿਗੁਰੂ ਤੱਕ ਪਹੁੰਚ ਜਾਂਦਾ ਹੈ, ਉਹਨੂੰ ਕੋਈ ਰੁਕਾਵਟ ਨਹੀਂ ਪੈ ਸਕਦੀ। ਇਹ ਮਹਾਂਪੁਰਖ ਇਹ ਗੱਲ ਦੱਸਦੇ ਨੇ ਵੀ ਜਿਹੜੇ ਆਪਣੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਨੂੰ ਜਾਣ ਲੈਂਦੇ ਨੇ, ਉਹਨਾਂ ਨੂੰ ਦਰ ਘਰ ਦੇ ਵਿੱਚ, ਦਰ ਸੰਸਾਰ ਹੈ ਤੇ ਘਰ ਵਾਹਿਗੁਰੂ ਦੀ ਦਰਗਾਹ ਹੈ, ਸੱਚਖੰਡ ਘਰ ਹੈ,
ਉੱਥੇ ਜਾਂਦਿਆਂ ਕੋਈ ਉਹਨਾਂ ਨੂੰ ਰੋਕ ਟੋਕ ਨਹੀਂ ਹੋ ਸਕਦੀ। ਨਾਨਕ ਏਕੋ ਰਵ ਰਹਾ ਦੂਜਾ ਅਵਰ ਨ ਕੋਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਬਈ ਉਹ ਅਕਾਲ ਪੁਰਖ ਵਾਹਿਗੁਰੂ ਏਕੋ ਦਾ ਅਰਥ ਹੈ ਉਹ ਅਦਵੈਤ ਸਰੂਪ ਹੈ। ਰਵ ਰਹਿਆ ਸਭ ਥਾਵਾਂ ਤੇ ਉਹੀ ਵਾਹਿਗੁਰੂ ਪਰਿਪੂਰਨ ਹੋ ਰਿਹਾ ਹੈ। ਦੂਜਾ ਅਵਰ ਨਾ ਕੋਈ, ਉਸ ਵਾਹਿਗੁਰੂ ਤੋਂ ਬਿਨਾਂ ਹੋਰ ਕੋਈ ਦੂਜਾ ਹੈ ਹੀ ਨਹੀਂ।